कृपया करके वीडियो ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਾਵੇ। ਇੱਕ ਅੰਮ੍ਰਿਤਧਾਰੀ ਸਿੱਖ ਦੀ ਕਿਰਪਾਨ ਨੇ ਅਜਿਹਾ ਕੀ ਚਮਤਕਾਰ ਦਿਖਾਇਆ ਕਿ ਦਿੱਲੀ ਏਅਰਪੋਰਟ ਦੀ ਪੁਲਿਸ ਤੇ ਕਰਮਚਾਰੀ ਦੰਗ ਰਹਿ ਗਏ ਤੇ ਪੁਲਿਸ ਨੂੰ ਭੱਜਣ ਲਈ ਕੋਈ ਰਾਹ ਨਾ ਮਿਲਿਆ। ਸਿੰਘ ਦੀ ਚਮਤਕਾਰੀ ਕਿਰਪਾਨ ਨੇ ਪੂਰੀ ਏਅਰਲਾਈਨ ਦੇ ਜਹਾਜ਼ਾਂ ਨੂੰ ਕਈ ਘੰਟਿਆਂ ਤੱਕ ਰੋਕੀ ਰੱਖਿਆ। ਕੀ ਹੋਇਆ ਅਜਿਹਾ, ਜਾਣੋ ਇਸ ਵੀਡੀਓ ਵਿੱਚ। ਜਸਪਾਲ ਸਿੰਘ ਜੋ ਕਿ ਜਲੰਧਰ ਦੇ ਵਿੱਚ ਰਹਿਣ ਵਾਲੇ ਨੇ, ਉਹਨਾਂ ਨੇ ਆਪਣੇ ਜੀਵਨ ਦੀ ਚਮਤਕਾਰੀ ਕਿਰਪਾਨ ਦੀ ਘਟਨਾ ਲੋਕਾਂ ਦੇ ਸਾਹਮਣੇ ਰੱਖੀ। ਜਸਪਾਲ ਸਿੰਘ ਨੇ ਬਚਪਨ ਵਿੱਚ ਹੀ ਅੰਮ੍ਰਿਤਪਾਨ ਕਰ ਲਿਆ ਸੀ। ਗੁਰੂਆਂ ਦੀ ਬਾਣੀ ਤੇ ਵਿਸ਼ਵਾਸ ਰੱਖਣ ਵਾਲਾ ਜਸਪਾਲ ਸਿੰਘ ਸਿੱਖੀ ਨੂੰ ਆਪਣੇ ਆਤਮਾ ਵਿੱਚ ਵਸਾ ਚੁੱਕਾ ਸੀ। ਜਿੰਨੀ ਪਰ ਵਾਹਿਗੁਰੂ ਜੀ ਦਾ ਲਿਖਿਆ ਹੋਇਆ ਵਾਹਿਗੁਰੂ ਹੀ ਮਿਟਾ ਸਕਦਾ ਹੈ। ਜਸਪਾਲ ਸਿੰਘ ਨੇ ਆਪਣੇ ਅੰਮ੍ਰਿਤਧਾਰੀ ਹੋਣ ਕਰਕੇ ਆਪਣੇ ਕਕਾਰਾਂ ਦੀ ਜਿੰਨੀ ਰਹਿਤ ਮਰਿਆਦਾ ਰੱਖ ਹੋਈ ਉਸਨੇ ਘਰ ਦੇ ਵਿੱਚ ਬਹੁਤ ਗਰੀਬੀ ਸੀ। ਵਿਆਹ ਹੋ ਗਿਆ ਤੇ ਬੱਚੇ ਵੀ ਹੋ ਗਏ, ਪਰ ਅਜੇ ਵੀ ਮੇਰੀ ਗਰੀਬੀ ਘਰ ਵਿੱਚ ਸੀ ਤੇ ਮੈਂ ਇੱਕ ਫੈਕਟਰੀ ਵਿੱਚ ਮਜ਼ਦੂਰ ਸੀ। ਫੈਕਟਰੀ ਬੰਦ ਹੋਣ ਕਰਕੇ ਉਸ ਮਜ਼ਦੂਰੀ ਦਾ ਕੰਮ ਵੀ ਹੱਥੋਂ ਚਲਾ ਗਿਆ ਸੀ, ਪਰ ਕਦੇ ਕਦਾਈ ਮਜ਼ਦੂਰੀ ਮਿਲ ਜਾਂਦੀ ਸੀ। ਘਰ ਵਿੱਚ ਗਰੀਬੀ ਹੋਣ ਕਰਕੇ ਕੋਈ ਕੰਮ ਨਾ ਮਿਲਣ ਕਰਕੇ ਮਹਿੰਗਾਈ ਕਰਕੇ ਬੱਚੇ ਪਾਲਣੇ ਵੀ ਬਹੁਤ ਔਖੇ ਹੋ ਗਏ ਸੀ। ਬੱਚਿਆਂ ਦੀ ਪੜ੍ਹਾਈ ਵੀ ਔਖੀ ਹੋ ਗਈ ਸੀ। ਇਸ ਮੁਸ਼ਕਿਲ ਦੇ ਸਮੇਂ ਵਿੱਚ ਮੇਰਾ ਦੋਸਤ ਗੁਰਮੇਲ ਸਿੰਘ ਜੋ ਕਿ ਦੁਬਈ ਵਿੱਚ ਰਹਿੰਦਾ ਸੀ ਤੇ ਦੁਬਈ ਵਿੱਚ ਕੰਮ ਕਰਦਾ ਸੀ, ਉਸਨੂੰ ਮੇਰੀ ਹਾਲਤ ਤੇ ਤਰਸ ਆਇਆ ਤੇ ਉਸਨੇ ਮੈਨੂੰ ਕੰਮ ਕਰਨ ਲਈ ਦੁਬਈ ਆਉਣ ਵਾਸਤੇ ਕਿਹਾ। ਉਸਨੇ ਹੀ ਮੇਰੀ ਟਿਕਟ ਤੇ ਵੀਜ਼ੇ ਦਾ ਸਾਰਾ ਖਰਚ ਕਰਨਾ ਸੀ। ਉਸ ਸਮੇਂ ਗੁਰਮੇਲ ਸਿੰਘ ਪੰਜਾਬ ਵਿੱਚ ਹੀ ਆਇਆ ਹੋਇਆ ਸੀ। ਉਸਨੇ ਦੱਸਿਆ ਕਿ ਜਹਾਜ਼ ਵਿੱਚ ਬੈਠਣ ਤੋਂ ਪਹਿਲਾਂ ਏਅਰਪੋਰਟ ਤੇ ਸ੍ਰੀ ਸਾਹਿਬ ਨੂੰ ਉਤਾਰਨਾ ਪੈਂਦਾ ਸੀ, ਪਰ ਮੈਂ ਇੱਕ ਅੰਮ੍ਰਿਤਧਾਰੀ ਹੋਣ ਕਰਕੇ ਆਪਣੇ ਕਕਾਰ ਆਪਣੇ ਤੋਂ ਦੂਰ ਨਹੀਂ ਕਰਨਾ ਚਾਹੁੰਦਾ ਸੀ। ਬਹੁਤ ਗਰੀਬੀ ਹੋਣ ਕਰਕੇ ਮੈਂ ਦੁਬਈ ਜਾਣ ਤੋਂ ਮਨਾ ਕਰ ਦਿੱਤਾ। ਸਕੂਲ ਦੀ ਫੀਸ ਨਾ ਭਰੀ ਜਾਣ ਕਰਕੇ ਬੱਚਿਆਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ। ਗੁਰਮੇਲ ਸਿੰਘ ਨੇ ਹੀ ਮੇਰੇ ਬੱਚਿਆਂ ਦੀ ਸਕੂਲ ਦੀ ਫੀਸ ਭਰੀ ਤੇ ਕਿਹਾ ਕਿ ਕੁਝ ਸਮੇਂ ਲਈ ਸ੍ਰੀ ਸਾਹਿਬ ਉਤਾਰ ਸਕਦੇ ਹੋ ਤੇ ਫਿਰ ਅਰਦਾਸ ਕਰਕੇ ਮਾਫੀ ਮੰਗ ਕੇ ਫਿਰ ਸ੍ਰੀ ਸਾਹਿਬ ਧਾਰਨ ਕਰ ਸਕਦੇ ਹੋ, ਪਰ ਮੇਰੀ ਆਤਮਾ ਨਹੀਂ ਮੰਨ ਰਹੀ ਸੀ ਕਿ ਮੈਂ ਕੁਝ ਗਲਤ ਨਹੀਂ ਕੀਤਾ ਤੇ ਨਾ ਹੀ ਕੁਝ ਗਲਤ ਕਰਨ ਲਈ ਇਹ ਕਿਰਪਾਨ ਧਾਰਨ ਕੀਤੀ ਸੀ। ਫਿਰ ਆਪਣਾ ਕਿਰਪਾਨ ਕਿਉਂ ਉਤਾਰੀਏ, ਅਜਿਹੀ ਸੋਚ ਮੇਰੀ ਸੀ ਤੇ ਮੈਂ ਦੁਬਈ ਜਾਣ ਤੋਂ ਨਾ ਕਰ ਦਿੱਤੀ। ਇਸ ਮੁਸ਼ਕਿਲ ਦੇ ਸਮੇਂ ਵਿੱਚ ਮੇਰਾ ਦੋਸਤ ਗੁਰਮੇਲ ਸਿੰਘ ਜੋ ਕਿ ਦੁਬਈ ਵਿੱਚ ਰਹਿੰਦਾ ਸੀ ਤੇ ਦੁਬਈ ਵਿੱਚ ਕੰਮ ਕਰਦਾ ਸੀ, ਉਸਨੂੰ ਮੇਰੀ ਹਾਲਤ ਤੇ ਤਰਸ ਆਇਆ ਤੇ ਉਸਨੇ ਮੈਨੂੰ ਕੰਮ ਕਰਨ ਲਈ ਦੁਬਈ ਆਉਣ ਵਾਸਤੇ ਕਿਹਾ। ਉਸਨੇ ਹੀ ਮੇਰੀ ਟਿਕਟ ਤੇ ਵੀਜ਼ੇ ਦਾ ਸਾਰਾ ਖਰਚ ਕਰਨਾ ਸੀ। ਉਸ ਸਮੇਂ ਗੁਰਮੇਲ ਸਿੰਘ ਪੰਜਾਬ ਵਿੱਚ ਹੀ ਆਇਆ ਹੋਇਆ ਸੀ। ਉਸਨੇ ਦੱਸਿਆ ਕਿ ਜਹਾਜ਼ ਵਿੱਚ ਬੈਠਣ ਤੋਂ ਪਹਿਲਾਂ ਏਅਰਪੋਰਟ ਤੇ ਸ੍ਰੀ ਸਾਹਿਬ ਨੂੰ ਉਤਾਰਨਾ ਪੈਂਦਾ ਸੀ, ਪਰ ਮੈਂ ਇੱਕ ਅੰਮ੍ਰਿਤਧਾਰੀ ਹੋਣ ਕਰਕੇ ਆਪਣੇ ਕਕਾਰ ਆਪਣੇ ਤੋਂ ਦੂਰ ਨਹੀਂ ਕਰਨਾ ਚਾਹੁੰਦਾ ਸੀ। ਬਹੁਤ ਗਰੀਬੀ ਹੋਣ ਕਰਕੇ ਮੈਂ ਦੁਬਈ ਜਾਣ ਤੋਂ ਮਨਾ ਕਰ ਦਿੱਤਾ। ਸਕੂਲ ਦੀ ਫੀਸ ਨਾ ਭਰੀ ਜਾਣ ਕਰਕੇ ਬੱਚਿਆਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ। ਗੁਰਮੇਲ ਸਿੰਘ ਨੇ ਹੀ ਮੇਰੇ ਬੱਚਿਆਂ ਦੀ ਸਕੂਲ ਦੀ ਫੀਸ ਭਰੀ ਤੇ ਕਿਹਾ ਕਿ ਕੁਝ ਸਮੇਂ ਲਈ ਸ੍ਰੀ ਸਾਹਿਬ ਉਤਾਰ ਸਕਦੇ ਹੋ ਤੇ ਫਿਰ ਅਰਦਾਸ ਕਰਕੇ ਮਾਫੀ ਮੰਗ ਕੇ ਫਿਰ ਸ੍ਰੀ ਸਾਹਿਬ ਧਾਰਨ ਕਰ ਸਕਦੇ ਹੋ, ਪਰ ਮੇਰੀ ਆਤਮਾ ਨਹੀਂ ਮੰਨ ਰਹੀ ਸੀ ਕਿ ਮੈਂ ਕੁਝ ਗਲਤ ਨਹੀਂ ਕੀਤਾ ਤੇ ਨਾ ਹੀ ਕੁਝ ਗਲਤ ਕਰਨ ਲਈ ਇਹ ਕਿਰਪਾਨ ਧਾਰਨ ਕੀਤੀ ਸੀ। ਫਿਰ ਆਪਣਾ ਕਿਰਪਾਨ ਕਿਉਂ ਉਤਾਰੀਏ, ਅਜਿਹੀ ਸੋਚ ਮੇਰੀ ਸੀ ਤੇ ਮੈਂ ਦੁਬਈ ਜਾਣ ਤੋਂ ਨਾ ਕਰ ਦਿੱਤੀ। ਮਹੀਨੇ ਬਾਅਦ ਬੱਚਿਆਂ ਦੀ ਫੀਸ ਦਾ ਸਮਾਂ ਆਇਆ। ਇਸ ਵਾਰ ਗੁਰਮੇਲ ਸਿੰਘ ਨੇ ਵੀ ਮਦਦ ਕਰਨ ਤੋਂ ਆਪਣੇ ਹੱਥ ਪਿੱਛੇ ਕਰ ਲਏ ਸੀ। ਆਖਿਰ ਮੈਂ ਮਜਬੂਰ ਹੋ ਕੇ ਦੁਬਈ ਜਾਣ ਨੂੰ ਰਾਜੀ ਹੋ ਗਿਆ। ਮੇਰੇ ਬੱਚੇ ਬਿਨਾਂ ਸਕੂਲ ਤੋਂ ਘਰ ਵਿੱਚ ਹੀ ਬੈਠੇ ਸੀ। ਪੜ੍ਹਾਈ ਤੋਂ ਬਿਨਾਂ ਮੇਰੇ ਬੱਚੇ ਵੀ ਗਰੀਬੀ ਵਿੱਚ ਹੀ ਰਹਿਣਗੇ ਤੇ ਉਹਨਾਂ ਨੂੰ ਆਪਣੀ ਸਾਰੀ ਉਮਰ ਗਰੀਬੀ ਵਿੱਚ ਕੱਟਣੀ ਪਏਗੀ। ਗੁਰਮੇਲ ਨੇ ਆਪਣੀ ਕੰਪਨੀ ਵਿੱਚ ਗੱਲ ਕਰਕੇ ਮੇਰੇ ਵੀਜ਼ੇ ਦਾ ਕੰਮ ਕਰ ਦਿੱਤਾ ਸੀ। 1 ਮਹੀਨੇ ਦੇ ਅੰਦਰ ਮੇਰੀ ਟਿਕਟ ਤੇ ਵੀਜ਼ਾ ਵੀ ਆ ਗਿਆ, ਪਰ ਮੇਰੀ ਸਿਦਕ ਅਜੇ ਵੀ ਕਾਇਮ ਸੀ। ਜਦੋਂ ਫਲਾਈਟ ਦਾ ਸਮਾਂ ਆਇਆ, ਮੈਂ ਬੈਗ ਵਿੱਚ ਕੱਪੜੇ ਪਾਏ ਤੇ ਪਾਸਪੋਰਟ ਤੇ ਪੇਪਰ, ਪਰ ਮੈਂ ਆਪਣੀ ਸ੍ਰੀ ਸਾਹਿਬ ਨਹੀਂ ਸੀ ਉਤਾਰੀ। ਸ੍ਰੀ ਸਾਹਿਬ
ਸ੍ਰੀ ਸਾਹਿਬ ਧਾਰਨ ਕਰਕੇ ਮੈਂ ਉੱਪਰ ਦੀ ਕੱਪੜੇ ਪਾ ਲਏ ਤੇ ਮੈਂ 에ਅਰਪੋਰਟ ਚਲਾ ਗਿਆ। ਜਦੋਂ ਮੈਂ 에ਅਰਪੋਰਟ ਦੇ ਵਿੱਚ ਦਾਖਲ ਹੋਇਆ ਤੇ ਪੁਲਿਸ ਨੇ ਮਸ਼ੀਨ ਦੇ ਨਾਲ ਮੇਰੀ ਤਲਾਸ਼ੀ ਲਈ, ਪਰ ਮਸ਼ੀਨ ਨੇ ਕਿਰਪਾਨ ਦੀ ਮੇਰੇ ਸਰੀਰ ਤੇ ਹੋਣ ਦੀ ਕੋਈ ਇੰਡੀਕੇਸ਼ਨ ਨਾ ਦਿੱਤੀ। ਮੈਂ 에ਅਰਪੋਰਟ ਦੇ ਅੰਦਰ ਦਾਖਲ ਹੋ ਗਿਆ। ਮੈਂ ਬਹੁਤ ਘਬਰਾਇਆ ਹੋਇਆ ਸੀ। ਇਹ ਦੇਖ ਕੇ ਪੁਲਿਸ ਨੇ ਮੈਨੂੰ ਇੱਕ ਕਮਰੇ ਵਿੱਚ ਬੁਲਾਇਆ। ਉਸ ਕਮਰੇ ਵਿੱਚ ਪੁਲਿਸ ਨੇ ਮੈਨੂੰ ਦੱਸ-ਪੁੱਛ ਕੀਤੀ ਤੇ ਮੇਰੇ ਬੈਗ ਦੀ ਤਲਾਸ਼ੀ ਲਈ, ਪਰ ਉਹਨਾਂ ਨੂੰ ਕੁਝ ਨਾ ਮਿਲਿਆ ਕਿਉਂਕਿ ਮੈਂ ਕੁਝ ਗਲਤ ਕੀਤਾ ਹੀ ਨਹੀਂ ਸੀ। ਮੇਰੇ ਅੰਦਰ ਅਰਦਾਸ ਚੱਲ ਰਹੀ ਸੀ ਕਿ ਇਹ ਵਾਹਿਗੁਰੂ ਮੇਰੀ ਲਾਜ ਰੱਖ ਲਈਂ, ਕਿਉਂਕਿ ਮੈਂ ਕੋਈ ਗਲਤ ਕੀਤਾ ਹੀ ਨਹੀਂ ਸੀ। ਮੈਂ ਆਪਣੇ ਕੰਕਾਰ ਆਪਣੇ ਤੋਂ ਦੂਰ ਨਹੀਂ ਕਰਨਾ ਚਾਹੁੰਦਾ ਸੀ। ਪੁਲਿਸ ਦੀ ਪੁੱਛ-ਗਿੱਛ ਤੋਂ ਬਾਅਦ ਮੈਨੂੰ ਛੱਡ ਦਿੱਤਾ ਗਿਆ। ਆਖਿਰ ਮੈਂ ਜਹਾਜ਼ ਵਿੱਚ ਬੈਠ ਹੀ ਗਿਆ, ਪਰ ਮੈਨੂੰ ਕਿਸੇ ਨੇ ਵੀ ਕਿਰਪਾਨ ਉਤਾਰਨ ਵਾਸਤੇ ਨਹੀਂ ਸੀ ਕਿਹਾ। 에ਅਰਪੋਰਟ ਵਿੱਚ ਥਾਂ-ਥਾਂ ਤੇ ਚੈਕਿੰਗ ਕਰਨ ਵਾਲੀਆਂ ਮਸ਼ੀਨਾਂ ਲੱਗੀਆਂ ਹੋਈਆਂ ਸੀ, ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੋਈ ਵੀ ਮਸ਼ੀਨ ਮੇਰੀ ਕਿਰਪਾਨ ਦਾ ਪਤਾ ਨਾ ਲਗਾ ਸਕੀ। ਅਜਿਹਾ ਕਿਉਂ ਹੋਇਆ ਕਿ ਇਹ ਤਾਂ ਪ੍ਰਮਾਤਮਾ ਵਾਹਿਗੁਰੂ ਹੀ ਜਾਣਦਾ ਹੈ। ਜਹਾਜ਼ ਮੈਨੂੰ ਦੁਬਈ ਲੈ ਪਹੁੰਚਾ। ਗੁਰਮੇਲ ਸਿੰਘ ਮੈਨੂੰ ਲੈਣ ਲਈ ਦੁਬਈ 에ਅਰਪੋਰਟ ਤੇ ਆਇਆ ਹੋਇਆ ਸੀ। ਜਦੋਂ ਉਹ ਮੇਰੇ ਗਲ ਲੱਗਾ ਤਾਂ ਉਸਨੂੰ ਮੇਰੇ ਸਰੀਰ ਤੇ ਸ੍ਰੀ ਸਾਹਿਬ ਧਾਰਨ ਕੀਤੇ ਹੋਏ ਦਾ ਅਹਿਸਾਸ ਹੋਇਆ। ਉਸਨੇ ਕਿਹਾ ਕਿ ਕਿਸੇ ਵੀ ਮਸ਼ੀਨ ਨੂੰ ਤੇਰੀ ਸ੍ਰੀ ਸਾਹਿਬ ਦਾ ਪਤਾ ਕਿਉਂ ਨਹੀਂ ਲੱਗਾ? ਕਿਸੇ ਨੇ ਤੈਨੂੰ ਸ੍ਰੀ ਸਾਹਿਬ ਉਤਾਰਨ ਦੇ ਲਈ ਨਹੀਂ ਕਿਹਾ, ਜਹਾਜ਼ ਵਿੱਚ ਬੈਠਣ ਲਈ ਨਹੀਂ ਕਿਹਾ। ਮੈਂ ਕਿਹਾ ਕਿ ਦਿੱਲੀ ਤਾਂ ਛੱਡ, ਦੁਬਈ ਦੀ ਮਸ਼ੀਨਾਂ ਤੱਕ ਨੂੰ ਨਹੀਂ ਪਤਾ ਲੱਗਾ ਕਿ ਮੇਰੇ ਸਰੀਰ ਤੇ ਕਿਰਪਾਨ ਧਾਰਨ ਕੀਤੀ ਹੈ, ਕਿ ਮੈਂ ਸ੍ਰੀ ਸਾਹਿਬ ਧਾਰਨ ਕੀਤੀ ਹੈ। ਦੁਬਈ ਤੱਕ ਦੀਆਂ ਮਸ਼ੀਨਾਂ ਵੀ ਮੇਰੇ ਕੰਕਾਰ ਮੇਰੇ ਸਰੀਰ ਤੋਂ ਦੂਰ ਨਹੀਂ ਕਰ ਸਕੀਆਂ। ਗੁਰਮੇਲ ਸਿੰਘ ਬਹੁਤ ਹੈਰਾਨ ਹੋ ਗਿਆ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਵਾਹਿਗੁਰੂ ਸਭ ਕੁਝ ਸੰਭਵ ਕਰ ਸਕਦਾ ਹੈ। ਪਰਮਾਤਮਾ ਵਾਹਿਗੁਰੂ ਚਾਹੇ ਤਾਂ ਹਵਾ ਦਾ ਰੁਖ ਮੋੜ ਸਕਦਾ ਹੈ। ਬੰਦੇ ਦਾ ਕੋਈ ਜ਼ੋਰ ਜ਼ਬਰਦਸਤੀ ਨਹੀਂ ਚੱਲਦੀ।